हेलो स्टूडेंट्स, हम सुखविंदर फ्रॉम डिपार्टमेंट ऑफ इकनॉमिक्स GGDST कॉलेज हरियाणा हुशियारपुर। ਅੱਜ ਇਸ ਲੈਕਚਰ ਦੇ ਵਿੱਚ ਅਸੀਂ ਇੰਟਰਨੈਸ਼ਨਲ ਟ੍ਰੇਡ ਦੇ ਐਡਵਾਂਟੇजेस ਕਰਨ ਜਾ ਰਹੇ ਹਾਂ। ਇੰਟਰਨੈਸ਼ਨਲ ਟ੍ਰੇਡ ਜੋ ਦੋ ਜਾਂ ਦੋ ਤੋਂ ਵੱਧ ਦੇਸ਼ਾਂ ਦੇ ਵਿਚਕਾਰ ਦੇਸ਼ ਦੀਆਂ ਬਾਉਂਡਰੀਜ਼ ਤੋਂ ਬਾਅਦ ਬਿਟਵੀਨ ਟੂ ਕੰਟਰੀਜ਼ ਜਿਹੜਾ ਅਸੀਂ ਇੰਪੋਰਟ ਐਂਡ ਐਕਸਪੋਰਟ ਕਰਦੇ ਹਾਂ। ਜਿਹੜਾ ਪ੍ਰੋਡਕਟ ਅਸੀਂ ਫੋਰਨ ਕੰਟਰੀਜ਼ ਤੋਂ ਮੰਗਵਾਉਂਦੇ ਹਾਂ ਇੰਪੋਰਟ, ਔਰ ਜਿਹੜਾ ਉਹਨਾਂ ਨੂੰ ਸੈਂਡ ਕਰਦੇ ਹਾਂ ਐਕਸਪੋਰਟ ਕਹਾਉਂਦਾ। ਔਰ ਇੰਟਰਨੈਸ਼ਨਲ ਟ੍ਰੇਡ ਦੇ ਕੀ ਐਡਵਾਂਟੇजेस ਆ, ਕੀ ਲਾਭ ਪ੍ਰਾਪਤ ਹੁੰਦੇ ਆ ਸਾਨੂੰ, ਜਾਂ ਇੰਟਰਨੈਸ਼ਨਲ ਟ੍ਰੇਡ ਦੀ ਕੀ ਇੰਪੋਰਟੈਂਸ ਹੁੰਦੀ ਹੈ, ਇਹ ਆਪਾਂ ਕਰਾਂਗੇ। ਸਭ ਤੋਂ ਪਹਿਲਾਂ ਜਿਹੜਾ ਬੈਨੀਫਿਟ ਇੰਟਰਨੈਸ਼ਨਲ ਟ੍ਰੇਡ ਦਾ ਹੁੰਦਾ, ਫੁੱਲ ਯੂਜ਼ ਆਫ ਨੈਚੁਰਲ ਰਿਸੋਰਸਿਸ। ਬਹੁਤ ਸਾਰੇ ਦੇਸ਼ਾਂ ਦੇ ਵਿੱਚ ਬਹੁਤ ਸਾਰੇ ਨੈਚੁਰਲ ਰਿਸੋਰਸਿਸ ਹੁੰਦੇ ਆ, ਲਾਈਕ ਜਿਸ ਤਰ੍ਹਾਂ ਕੁਵੈਤ ਜਾਂ ਈਰਾਨ ਇਰਾਕ ਦੇ ਵਿੱਚ ਤੇਲ ਪਾਇਆ ਜਾਂਦਾ। ਜੇ ਉਹ ਇੰਟਰਨੈਸ਼ਨਲ ਟ੍ਰੇਡ ਨਾ ਹੋਵੇ ਤਾਂ ਉਹਨਾਂ ਦਾ ਉਹ ਵੇਸਟ ਹੋ ਜਾਏਗਾ। ਬਹੁਤ ਸਾਰੇ ਦੇਸ਼ਾਂ ਦੇ ਵਿੱਚ ਬਹੁਤ ਸਾਰਾ ਕੱਚਾ ਮਾਲ ਜਿਹੜਾ ਪਾਇਆ ਜਾਂਦਾ, ਜੇ ਇੰਟਰਨੈਸ਼ਨਲ ਟ੍ਰੇਡ ਨਾ ਹੁੰਦਾ ਹੋਵੇ ਤਾਂ ਉਹ ਸਾਰਾ ਜਿਹੜਾ ਮਾਲ ਹੈ, ਜਿਹੜਾ ਸਾਰਾ ਨੈਚੁਰਲ ਰਿਸੋਰਸਿਸ ਆ, ਉਹ ਸਾਰਾ ਵੇਸਟ ਹੋ ਜਾਏਗਾ। ਇਸ ਲਈ ਜਿਹੜੇ ਨੈਚੁਰਲ ਰਿਸੋਰਸਿਸ ਤੇ ਬੈਸਟ ਯੂਜ਼ ਜੇ ਆਪਾਂ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਇੰਟਰਨੈਸ਼ਨਲ ਟ੍ਰੇਡ ਦੀ ਮਦਦ ਲੈਣੀ ਪੈਂਦੀ। ਇੰਟਰਨੈਸ਼ਨਲ ਟ੍ਰੇਡ ਬੈਸਟ ਯੂਜ਼ ਜਿਹੜਾ ਉਹ ਕਰਨ ਦੇ ਵਿੱਚ ਮਦਦ ਕਰਦਾ। ਨੈਕਸਟ, ਚੀਪ ਗੁੱਡਸ। ਜਿਸ ਤਰ੍ਹਾਂ ਆਪਾਂ ਕੀਤਾ ਸੀ ਕਿ ਇੰਟਰਨੈਸ਼ਨਲ ਟ੍ਰੇਡ ਦਾ ਜਿਹੜਾ ਬੇਸ ਹੈ ਉਹ ਸਪੈਸ਼ਲਾਈਜੇਸ਼ਨ ਹੁੰਦੀ ਹੈ। ਸਪੈਸ਼ਲਾਈਜੇਸ਼ਨ ਜਦੋਂ ਤੁਹਾਡੀ ਕਿਸੇ ਵੀ ਪ੍ਰੋਡਕਟ ਦੇ ਵਿੱਚ ਹੋ ਜਾਂਦੀ ਹੈ, ਕਿਸੇ ਵੀ ਗੁੱਡ ਦੇ ਵਿੱਚ ਹੋ ਜਾਂਦੀ ਹੈ, ਦੈਨ ਉਸ ਕੇਸ ਦੇ ਵਿੱਚ ਤੁਹਾਡੀ ਜਿਹੜੀ ਕਾਸਟ ਆਫ ਪ੍ਰੋਡਕਸ਼ਨ ਆ ਉਹ ਘੱਟ ਆ ਜਾਂਦੀ ਹੈ। ਜਦੋਂ ਕਾਸਟ ਆਫ ਪ੍ਰੋਡਕਸ਼ਨ ਘੱਟ ਆਏਗੀ ਤਾਂ ਬਿਨਾਂ ਸ਼ੱਕ ਦੂਸਰੇ ਦੇਸ਼ਾਂ ਨੂੰ ਜਦੋਂ ਤੁਸੀਂ ਐਕਸਪੋਰਟ ਕਰੋਗੇ ਆਪਣਾ ਪ੍ਰੋਡਕਟ, ਜਾਂ ਜੇ ਕੋਈ ਹੋਰ ਦੇਸ਼ ਉਹ ਪ੍ਰੋਡਕਟ ਨੂੰ ਤੁਹਾਡੇ ਤੋਂ ਇੰਪੋਰਟ ਕਰੇਗਾ ਤਾਂ ਉਸ ਨੂੰ ਉਹ ਪ੍ਰੋਡਕਟ ਸਸਤਾ ਮਿਲੇਗਾ ਅਤੇ ਕੰਜ਼ਿਊਮਰ ਤੱਕ ਸਸਤਾ ਪ੍ਰੋਡਕਟ ਹੈ ਜਿਹੜਾ ਉਹ ਪਹੁੰਚੇਗਾ। ਨੈਕਸਟ ਹੈਗਾ ਪਾਵਰ ਟੂ ਫੇਸ ਨੈਚੁਰਲ ਕਲਾਈਮੇਟਿਵਸ। ਨੈਚੁਰਲੀ ਬਹੁਤ ਸਾਰੀਆਂ ਪ੍ਰੋਬਲਮ ਆ ਜਾਂਦੀਆਂ, ਕਦੀ ਅਕਾਲ ਹੈ, ਕਦੀ ਹੜ੍ਹ ਹੈ, ਕਦੀ ਬਿਮਾਰੀ, ਕੋਈ ਕਿਸੇ ਵਾਇਰਸ ਦਾ ਹਮਲਾ। ਅਤੇ ਇਸ ਕੇਸ ਦੇ ਵਿੱਚ ਜਦੋਂ ਅਸੀਂ ਇੰਟਰਨੈਸ਼ਨਲ ਟ੍ਰੇਡ ਕਰਦੇ ਹਾਂ ਤਾਂ ਉਹਨਾਂ ਦਾ ਫੇਸ ਕਰਨਾ, ਉਹਨਾਂ ਨੂੰ ਸਾਹਮਣਾ ਕਰਨਾ ਸੌਖਾ ਹੋ ਜਾਏਗਾ। ਜਿਨ੍ਹਾਂ ਕੰਟਰੀਜ਼ ਨਾਲ ਆਪਾਂ ਟ੍ਰੇਡ ਕਰ ਰਹੇ ਹਾਂ ਉਹ ਸਾਡੀ ਹੈਲਪ ਕਰਨਗੀਆਂ। ਉਸ ਤੋਂ ਬਾਅਦ ਵਰਾਇਟੀ ਆਫ ਗੁੱਡਸ। ਜਦੋਂ ਇੰਟਰਨੈਸ਼ਨਲ ਟ੍ਰੇਡ ਕੀਤਾ ਜਾਂਦਾ ਤਾਂ ਕੰਜ਼ਿਊਮਰ ਨੂੰ ਵਰਾਇਟੀ ਹੈ ਜਿਹੜੀ ਗੁੱਡਸ ਦੀ ਉਹ ਮਿਲ ਜਾਂਦੀ ਆ। ਅਦਰਵਾਈਜ਼ ਹੋ ਸਕਦਾ ਉਸਨੂੰ ਉਹੀ ਇੱਕ ਪ੍ਰੋਡਕਟ ਜਿਹੜਾ ਉਹਦੀ ਆਪਣੀ ਕੰਟਰੀ 'ਚ ਪ੍ਰੋਡਿਊਸ ਹੁੰਦਾ, ਬਸ ਉਹੀ ਵਰਤਣ ਲਈ ਮਿਲੇਗਾ, ਉਹੀ ਕੰਜ਼ਿਊਮ ਕਰਨ ਲਈ ਮਿਲੇਗਾ। ਬਟ ਜਦੋਂ ਇੰਟਰਨੈਸ਼ਨਲ ਟ੍ਰੇਡ ਹੁੰਦਾ ਤਾਂ ਵਰਾਇਟੀ ਜਿਹੜੀ ਉਹਦੇ ਤੱਕ ਪਹੁੰਚੇਗੀ। ਉਸ ਤੋਂ ਬਾਅਦ ਸਰਪਲਸ ਪ੍ਰੋਡਕਸ਼ਨ। ਜਦੋਂ ਅਸੀਂ ਪ੍ਰੋਡਕਸ਼ਨ ਕਰਦੇ ਹਾਂ ਤਾਂ ਕਈ ਵਾਰ ਵਾਧੂ ਪ੍ਰੋਡਿਊਸ ਹੋ ਜਾਂਦਾ। ਜੇ ਉਹ ਵਾਧੂ ਪ੍ਰੋਡਿਊਸ ਹੋ ਜਾਏਗਾ ਤਾਂ ਆਪਣੀ ਮਾਰਕੀਟ ਦਾ ਸਾਈਜ਼ ਜੇ ਇੰਨਾ ਜ਼ਿਆਦਾ ਨਾ ਹੋਇਆ, ਜਾਂ ਆਪਣੀ ਡੋਮੈਸਟਿਕ ਮਾਰਕੀਟ ਦੇ ਵਿੱਚ ਜੇ ਡਿਮਾਂਡ ਘੱਟ ਹੋਈ ਅਤੇ ਉਹ ਜਿਹੜਾ ਐਕਸਟਰਾ ਪ੍ਰੋਡਿਊਸ ਹੋਇਆ, ਜਿਹੜਾ ਸਰਪਲਸ ਪ੍ਰੋਡਿਊਸ ਹੋਇਆ, ਉਹ ਵੇਸਟ ਚਲਾ ਜਾਏਗਾ। ਪਰ ਇੰਟਰਨੈਸ਼ਨਲ ਟ੍ਰੇਡ ਦੇ ਕੇਸ ਦੇ ਵਿੱਚ ਅਸੀਂ ਉਹ ਫੋਰਨ ਕੰਟਰੀਜ਼ ਨੂੰ ਐਕਸਪੋਰਟ ਕਰਕੇ ਇਕਨੋਮਿਕਲੀ ਜਿਹੜਾ ਬੈਨੀਫਿਟ ਆ ਉਹ ਲੈ ਸਕਦੇ ਹਾਂ। ਨੈਕਸਟ ਹੈ ਕੰਪੀਟੀਸ਼ਨ। ਜਦੋਂ ਇੰਟਰਨੈਸ਼ਨਲ ਟ੍ਰੇਡ ਆਉਂਦਾ ਤਾਂ ਇੱਕ ਕੰਪੀਟੀਸ਼ਨ ਦੀ ਜਿਹੜੀ ਭਾਵਨਾ ਉਹ ਵੀ ਆਉਂਦੀ ਹੈ, ਅਤੇ ਕੰਪੀਟੀਸ਼ਨ ਹੋਣ ਦੇ ਕਰਕੇ ਕੰਜ਼ਿਊਮਰ ਤੱਕ ਉਹ ਪ੍ਰੋਡਕਟ ਸਸਤਾ ਵੀ ਪਹੁੰਚਦਾ ਅਤੇ ਕੁਆਲਿਟੀ ਵੀ ਉਹਦੀ ਜਿਹੜੀ ਵਧੀਆ ਰਹਿੰਦੀ ਆ। ਅਦਰਵਾਈਜ਼ ਹੋ ਸਕਦਾ ਕੰਜ਼ਿਊਮਰ ਨੂੰ ਵਧੀਆ ਕੁਆਲਿਟੀ ਨਾ ਮਿਲੇ ਜਾਂ ਫਿਰ ਬਹੁਤ ਜ਼ਿਆਦਾ ਰੇਟ ਜਿਹੜਾ ਦੇਣਾ ਪਵੇ। ਪਰ ਕਿਉਂਕਿ ਕੰਪੀਟੀਸ਼ਨ ਹੈ ਇੰਟਰਨੈਸ਼ਨਲ ਟ੍ਰੇਡ ਦੇ ਵਿੱਚ, ਇਸ ਲਈ ਉਸ ਨੂੰ ਘੱਟ ਰੇਟ ਦੇ ਉੱਪਰ ਵਧੀਆ ਕੁਆਲਿਟੀ ਜਿਹੜੀ ਉਹ ਮਿਲਦੀ ਹੈ। ਉਸ ਤੋਂ ਬਾਅਦ ਵਾਈਡ ਮਾਰਕੀਟ। ਜਦੋਂ ਅਸੀਂ ਡਿਵੈਲਪਮੈਂਟ ਦੀ ਗੱਲ ਕਰਦੇ ਹਾਂ ਤਾਂ ਅਸੀਂ ਪ੍ਰੋਡਕਸ਼ਨ ਦੀ ਗੱਲ ਕਰਦੇ ਹਾਂ। ਜੇ ਪ੍ਰੋਡਕਸ਼ਨ ਤੁਸੀਂ ਜ਼ਿਆਦਾ ਕਰਨੀ ਆ ਤਾਂ ਇੰਪਲਾਈਮੈਂਟ ਤੁਹਾਡੀ ਜ਼ਿਆਦਾ ਜਨਰੇਟ ਹੋਏਗੀ। ਪਰ ਪ੍ਰੋਡਕਸ਼ਨ ਤੁਸੀਂ ਤਾਂਹੀਓ ਕਰੋਗੇ ਜੇ ਤੁਹਾਡੀ ਆਊਟਪੁੱਟ ਅੱਗੇ ਵਿਕਦੀ ਪਈ ਹੈ, ਅਤੇ ਜੇ ਤੁਹਾਡੀ ਆਊਟਪੁੱਟ ਡੋਮੈਸਟਿਕ ਮਾਰਕੀਟ ਦੇ ਵਿੱਚ ਨਹੀਂ ਵਿਕ ਰਹੀ ਤਾਂ ਫਿਰ ਤੁਸੀਂ ਉਸ ਪ੍ਰੋਡਕਟ ਨੂੰ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਵੇਚੋਗੇ। ਇਸ ਲਈ ਜਿਹੜੀ ਵਾਈਡ ਮਾਰਕੀਟ ਆ ਉਹ ਮਿਲ ਜਾਂਦੀ ਹੈ ਇੰਟਰਨੈਸ਼ਨਲ ਟ੍ਰੇਡ ਦੇ ਵਿੱਚ। ਉਸ ਤੋਂ ਬਾਅਦ ਐਂਡ ਆਫ ਮੋਨੋਪਲਿਸਟਿਕ ਟੈਂਡੈਂਸੀ। ਮੋਨੋਪਲਿਸਟਿਕ ਟੈਂਡੈਂਸੀ ਦੇ ਵਿੱਚ ਬਹੁਤ ਜ਼ਿਆਦਾ ਪ੍ਰਾਈਸ ਚਾਰਜ ਕੀਤੇ ਜਾਂਦੇ ਆ। ਪਰ ਅਸੀਂ ਇਹ ਵੀ ਦੇਖਿਆ, ਜਦੋਂ ਅਸੀਂ ਪ੍ਰਾਈਸ ਡਿਸਕ੍ਰਿਮੀਨੇਸ਼ਨ ਦੇਖੀ, ਜਦੋਂ ਉੱਥੇ ਦੇਖਿਆ ਅਤੇ ਮਾਈਕਰੋ ਇਕਨੋਮਿਕਸ ਦੇ ਵਿੱਚ, ਕਿ ਜਿਹੜਾ ਪ੍ਰੋਡਕਟ ਤੁਸੀਂ ਆਪਣੀ ਕੰਟਰੀ ਦੇ ਵਿੱਚ ਮੋਨੋਪਲੀ ਦੇ ਵਿੱਚ ਵੇਚ ਰਹੇ ਹੋ, ਪਰ ਜਦੋਂ ਤੁਸੀਂ ਦੂਸਰੀ ਕੰਟਰੀ 'ਚ ਜਾਂਦੇ ਹੋ ਅਤੇ ਉੱਥੇ ਮੋਨੋਪਲੀ ਨਾ ਰਹਿ ਕੇ ਤੁਸੀਂ ਪਰਫੈਕਟ ਕੰਪੀਟੀਸ਼ਨ ਫੇਸ ਕਰਦੇ ਹਾਂ। ਅਤੇ ਦੂਜੀ ਗੱਲ ਇਹ ਵੀ ਹੈ ਕਿ ਹੋ ਸਕਦਾ ਤੁਹਾਡੀ ਆਪਣੀ ਕੰਟਰੀ ਦੇ ਵਿੱਚ ਤੁਹਾਡੀ ਮੋਨੋਪਲੀ ਹੋਵੇ, ਪਰ ਦੂਸਰੀ ਕੰਟਰੀ ਦੇ ਵਿੱਚ ਵੀ ਉਹ ਪ੍ਰੋਡਿਊਸ ਹੁੰਦਾ ਹੋਵੇ। ਅਤੇ ਇਸ ਤਰ੍ਹਾਂ ਜਿਹੜੀ ਮੋਨੋਪਲਿਸਟਿਕ ਟੈਂਡੈਂਸੀ ਆ ਉਹ ਜਦੋਂ ਖਤਮ ਹੁੰਦੀ ਹੈ ਅਤੇ ਕੰਜ਼ਿਊਮਰ ਦਾ ਉਹਦੇ ਵਿੱਚ ਜਿਹੜਾ ਬੈਨੀਫਿਟ ਆ ਉਹ ਹੁੰਦਾ, ਕੰਜ਼ਿਊਮਰ ਨੂੰ ਪ੍ਰੋਡਕਟ ਸਸਤਾ ਮਿਲਦਾ। ਸਪੈਸ਼ਲਾਈਜੇਸ਼ਨ ਫਿਰ ਇਹ ਵੀ ਹੈ ਕਿ ਸਪੈਸ਼ਲਾਈਜੇਸ਼ਨ ਤੁਸੀਂ ਕਦੋਂ ਕਰੋਗੇ? ਜਦੋਂ ਤੁਸੀਂ ਜ਼ਿਆਦਾ ਪ੍ਰੋਡਿਊਸ ਕਰੋਗੇ। ਜ਼ਿਆਦਾ ਕਦੋਂ ਪ੍ਰੋਡਿਊਸ ਕਰੋਗੇ? ਜਦੋਂ ਤੁਹਾਡੀ ਡਿਮਾਂਡ ਜ਼ਿਆਦਾ ਹੁੰਦੀ ਪਈ ਹੈ। ਅਤੇ ਉਹ ਕਦੋਂ ਹੁੰਦੀ ਹੈ? ਜਦੋਂ ਤੁਹਾਡਾ ਇੰਟਰਨੈਸ਼ਨਲ ਟ੍ਰੇਡ ਜ਼ਿਆਦਾ ਹੋਏਗਾ। ਅਵੇਲੇਬਿਲਿਟੀ ਆਫ ਰॉ ਮਟੀਰੀਅਲ।
ਸੇਮ ਹੋਈ ਕਿ ਜਦੋਂ ਤੁਸੀਂ ਪ੍ਰੋਡਕਸ਼ਨ ਕਰਨਾ ਚਾਹੁੰਦੇ ਹੋ ਅਤੇ ਤੁਹਾਨੂੰ ਰॉ ਮਟੀਰੀਅਲ ਚਾਹੀਦਾ ਹੋਏਗਾ, ਅਤੇ ਇੰਟਰਨੈਸ਼ਨਲ ਟ੍ਰੇਡ ਦੇ ਵਿੱਚ ਤੁਸੀਂ ਕਿਸੇ ਵੀ ਕੰਟਰੀ ਤੋਂ ਰॉ ਮਟੀਰੀਅਲ ਲੈ ਸਕਦੇ ਹੋ। ਲਾਈਕ ਜਾਪਾਨ ਦੂਜੇ ਦੇਸ਼ਾਂ ਤੋਂ ਕੱਚਾ ਲੋਹਾ ਮੰਗਵਾ ਕੇ ਆਪਣੀ ਇਕਨੋਮਿਕ ਡਿਵੈਲਪਮੈਂਟ, ਆਪਣੀ ਇੰਡਸਟਰੀ ਜਿਹੜੀ ਉਹ ਡਿਵੈਲਪ ਕੀਤੀ ਹੈ। ਉਸ ਤੋਂ ਬਾਅਦ ਪੋਸੀਬਿਲਿਟੀ ਆਫ ਇਕਨੋਮਿਕ ਡਿਵੈਲਪਮੈਂਟ ਲਈ ਤੁਹਾਨੂੰ ਮਸ਼ੀਨਰੀ ਚਾਹੀਦੀ ਆ, ਨਿਊ ਟੈਕਨੀਕਸ ਚਾਹੀਦੀਆਂ, ਨੌਲੇਜ ਚਾਹੀਦੀ ਆ, ਇਕਵਿਪਮੈਂਟਸ ਚਾਹੀਦੀਆਂ, ਰॉ ਮਟੀਰੀਅਲ ਚਾਹੀਦਾ, ਔਰ ਇਹ ਸਾਰੀਆਂ ਤੁਸੀਂ ਫੋਰਨ ਕੰਟਰੀਜ਼ ਤੋਂ ਇੰਟਰਨੈਸ਼ਨਲ ਟ੍ਰੇਡ ਦੇ ਵਿੱਚ ਲਿਆ ਸਕਦੇ ਹੋ। ਇੰਪਰੂਵਮੈਂਟ ਇਨ ਦੀ ਟੈਕਨੀਕ ਆਫ ਪ੍ਰੋਡਕਸ਼ਨ ਦੀਆਂ ਟੈਕਨੀਕਸ ਦੇ ਵਿੱਚ ਵੀ ਇੰਪਰੂਵਮੈਂਟ ਕਦੋਂ ਆਏਗੀ? ਜਦੋਂ ਤੁਸੀਂ ਇੰਟਰਨੈਸ਼ਨਲ ਟ੍ਰੇਡ ਕਰਦੇ ਹੋ, ਤੁਹਾਡੇ ਵਿੱਚ ਕੰਪੀਟੀਸ਼ਨ ਦੀ ਭਾਵਨਾ ਆ, ਤੁਸੀਂ ਕੋਸਟ ਆਫ ਪ੍ਰੋਡਕਸ਼ਨ ਘੱਟ ਕਰਨੀ ਚਾਹੁੰਦੇ ਹੋ, ਤਾਂ ਤੁਸੀਂ ਨਵੇਂ ਤਰੀਕਿਆਂ ਦੀ ਖੋਜ ਕਰੋਗੇ। ਇਹਦੇ ਨਾਲ ਤੁਹਾਡੀ ਇਕਨੋਮਿਕ ਗਰੋਥ ਜਿਹੜੀ ਉਹ ਹੋਏਗੀ, ਤੁਹਾਡੀ ਟੈਕਨੀਕ ਡਿਵੈਲਪ ਕਰੇਗੀ, ਇਕਨੋਮਿਕ ਗਰੋਥ ਹੋਏਗੀ। ਦੈਨ ਇਨਕਰੀਜ਼ ਇਨ ਨੈਸ਼ਨਲ ਇਨਕਮ। ਬਿਨਾਂ ਸ਼ੱਕ ਜਦੋਂ ਤੁਸੀਂ ਆਪਣੇ ਪ੍ਰੋਡਕਟ ਨੂੰ ਐਕਸਪੋਰਟ ਕਰੋਗੇ, ਤੁਹਾਡੀ ਜ਼ਿਆਦਾ ਪ੍ਰੋਡਕਸ਼ਨ ਹੋਏਗੀ, ਸਰਪਲਸ ਤੁਸੀਂ ਵੇਚੋਗੇ, ਆਪਣਾ ਪ੍ਰੋਡਕਟ ਜਿਹੜਾ ਭੇਜੋਗੇ ਫੋਰਨ ਕੰਟਰੀਜ਼ ਨੂੰ, ਅਤੇ ਉਹਦੇ ਨਾਲ ਉਹਨਾਂ ਤੋਂ ਤੁਹਾਨੂੰ ਇਨਕਮ ਪ੍ਰਾਪਤ ਹੋਏਗੀ, ਤੁਹਾਡੀ ਇਨਕਮ ਦੇ ਵਿੱਚ ਵਾਧਾ ਹੋਏਗਾ। ਉਸ ਤੋਂ ਬਾਅਦ ਇੰਟਰਨੈਸ਼ਨਲ ਕੋਆਪਰੇਸ਼ਨ, ਜਿਨ੍ਹਾਂ ਦੇਸ਼ਾਂ ਦੇ ਨਾਲ ਅਸੀਂ ਇੰਟਰਨੈਸ਼ਨਲ ਟ੍ਰੇਡ ਕਰਦੇ ਹਾਂ, ਬਿਨਾਂ ਸ਼ੱਕ ਉਹ ਪ੍ਰੋਬਲਮ ਚਾਹੇ ਨੈਚੁਰਲੀ ਹੋਵੇ ਜਾਂ ਕੋਈ ਹੋਰ ਹੋਵੇ, ਉਸ ਕੇਸ ਦੇ ਵਿੱਚ ਸਾਡੀ ਹੈਲਪ ਵੀ ਕਰਦੇ ਆ, ਸਾਨੂੰ ਜਿਹੜੀ ਕੋਆਪਰੇਸ਼ਨ ਆ ਉਹ ਵੀ ਮਿਲਦੀ ਆ। ਉਸ ਤੋਂ ਬਾਅਦ ਜਦੋਂ ਮੋਰ ਇੰਪਲਾਈਮੈਂਟ, ਜਦੋਂ ਤੁਸੀਂ ਇੰਪੋਰਟ ਐਕਸਪੋਰਟ ਕਰਦੇ ਹੋ, ਅਤੇ ਬਿਨਾਂ ਸ਼ੱਕ ਤੁਹਾਡੀ ਟਰਾਂਸਪੋਰਟੇਸ਼ਨ, ਤੁਹਾਡੀ ਬੈਂਕਿੰਗ ਸਿਸਟਮ ਜਿਹੜਾ ਉਹ ਡਿਵੈਲਪ ਹੁੰਦਾ, ਅਤੇ ਜਦੋਂ ਤੁਸੀਂ ਐਕਸਪੋਰਟ ਕਰਨਾ ਹੋਏਗਾ ਅਤੇ ਤੁਸੀਂ ਐਗਰੀਕਲਚਰ ਨੂੰ ਵੀ ਆਪਣੇ ਨੂੰ ਡਿਵੈਲਪ ਕਰੋਗੇ, ਤੁਸੀਂ ਆਪਣੀ ਇੰਡਸਟਰੀ ਨੂੰ ਡਿਵੈਲਪ ਕਰੋਗੇ। ਇੱਦਾਂ ਤੁਹਾਡੀ ਜਿਹੜੀ ਇੰਪਲਾਈਮੈਂਟ ਆ ਬਹੁਤ ਜ਼ਿਆਦਾ ਜਨਰੇਟ ਹੋਏਗੀ। ਕਲਚਰਲ ਰਿਲੇਸ਼ਨਸ, ਫਿਰ ਇਹ ਵੀ ਹੈ ਕਿ ਇੰਟਰਨੈਸ਼ਨਲ ਟ੍ਰੇਡ ਦੇ ਕਰਕੇ ਅਸੀਂ ਵੱਖ ਤਰ੍ਹਾਂ ਦੇ ਜਿਹੜੇ ਕਲਚਰਸ ਆ ਉਹਨਾਂ ਦੀ ਵੀ ਸਾਨੂੰ ਨੌਲੇਜ ਹੁੰਦੀ ਆ। ਅਸੀਂ ਵੈਸਟਰਨ ਕੰਟਰੀਜ਼ ਅਤੇ ਖੇਡਾਂ, ਫਿਲਮਾਂ, ਨਾਚ ਗਾਣਿਆਂ ਦੇ ਮੁਕਾਬਲੇ, ਵੱਖ ਸਮਾਜਿਕ ਰਾਜਨੀਤਿਕ ਵਿਸ਼ਿਆਂ 'ਤੇ ਸਭਾਵਾਂ ਦਾ ਪ੍ਰਬੰਧ ਵੀ ਕੀਤਾ ਜਾਂਦਾ, ਅਤੇ ਜਿਹੜਾ ਅੰਤਰਰਾਸ਼ਟਰੀ ਵਪਾਰ ਲੋਕਾਂ ਨੂੰ ਸੱਭਿਅਕ ਬਣਾਉਣ ਦਾ ਸਭ ਤੋਂ ਵੱਡਾ ਮਾਧਿਅਮ ਆ, ਇਹ ਹੈਨਰੀ ਗੋਮੇਜ਼ ਦਾ ਮੰਨਣਾ ਸੀ। ਅੰਤਰਰਾਸ਼ਟਰੀ ਵਪਾਰ ਦੇ ਕਰਕੇ ਕਲਚਰਲ ਰਿਲੇਸ਼ਨਸ ਜਿਹੜੇ ਡਿਵੈਲਪ ਹੁੰਦੇ ਆ, ਕਲਚਰਸ ਜਿਹੜੇ ਇੱਕ ਦੂਸਰੇ ਦੇ ਵਧੀਆ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਅਡੋਪਟ ਕੀਤਾ ਜਾਂਦਾ, ਅਤੇ ਮੋਡਰਨਾਈਜ਼ ਜਿਹੜਾ ਹਰੇਕ ਸੁਸਾਇਟੀ ਹੁੰਦੀ ਹੈ। ਅਤੇ ਅੰਤਰਰਾਸ਼ਟਰੀ ਵਪਾਰ ਵਿੱਚ ਹਿੱਸਾ ਲੈਣ ਵਾਲੇ ਸਾਰੇ ਦੇਸ਼ਾਂ ਨੂੰ ਇਸ ਦਾ ਲਾਭ ਹੁੰਦਾ, ਅਤੇ ਕਿਸੇ ਵੀ ਦੇਸ਼ ਨੂੰ ਇਸ ਦੀ ਹਾਨੀ ਨਹੀਂ ਹੁੰਦੀ। ਇਹ ਪੌਲ ਵੀ ਹੌਰਨ ਅਤੇ ਹੈਨਰੀ ਦਾ ਮੰਨਣਾ ਸੀ। ਇਹ ਸੀ ਇੰਟਰਨੈਸ਼ਨਲ ਟ੍ਰੇਡ ਦੇ ਬੈਨੀਫਿਟਸ, ਇੰਪੋਰਟੈਂਸ, ਐਡਵਾਂਟੇਜਸ। ਇਸ ਦੇ ਡਿਸਐਡਵਾਂਟੇਜਸ ਆਪਾਂ ਨੈਕਸਟ ਲੈਕਚਰ ਦੇ ਵਿੱਚ ਕਰਾਂਗੇ। ਥੈਂਕ ਯੂ ਸੋ ਮਚ।